हाँ जी स्टूडेंट्स, प्रीवियस वीडियोज़ ਦੇ ਵਿੱਚ ਆਪਾਂ ਫੰਕਸ਼ਨਲ ਸਟਰਕਚਰ ਬਾਰੇ ਪੜ੍ਹਿਆ ਸੀ। ਸਰਕਮਸਟਾਂਸਿਸ ਪੜ੍ਹੇ ਸੀਗੇ, ਐਡਵਾਂਟੇजेस ਪੜ੍ਹੀਆਂ ਸੀਗੀਆਂ ਵੀ ਕਿੱਥੇ ਜ਼ਿਆਦਾ ਸੂਟੇਬਲ ਆ ਜਾਂ ਇਹਦੇ ਕੀ ਬੈਨੀਫਿਟਸ ਨੇ। ਅੱਜ ਆਪਾਂ ਜਿਹੜੀ ਫੰਕਸ਼ਨਲ ਸਟਰਕਚਰ ਹੈ ਇਹਦੇ ਡਿਸਐਡਵਾਂਟੇजेस ਪੜਾਂਗੇ। ਨਿਗਲੈਕਟ ਆਫ ਆਰਗੇਨਾਈਜੇਸ਼ਨਲ ਆਬਜੈਕਟਿਵਸ। ਅੰਡਰ ਫੰਕਸ਼ਨਲ ਸਟਰਕਚਰ ਐਵਰੀ ਡਿਪਾਰਟਮੈਂਟ ਗਿਵਸ ਅ ਪ੍ਰਾਇਓਰਿਟੀ ਟੂ ਅਚੀਵਮੈਂਟ ਆਫ ਇਟਸ ਆਬਜੈਕਟਿਵਸ। ਆਰਗੇਨਾਈਜੇਸ਼ਨਲ ਜਿਹੜੇ ਆਰਗੇਨਾਈਜੇਸ਼ਨਲ ਆਬਜੈਕਟਿਵਸ ਹੁੰਦੇ ਆ ਉਹਨਾਂ ਨੂੰ ਅਚੀਵ ਕਰਨ ਦੇ ਲਈ ਨਾ ਡਿਫਰੈਂਟ ਵਰਕ ਕਰਦੀਆਂ ਨੇ ਹਰ ਇੱਕ ਲੈਵਲ ਦੇ ਡਿਪਾਰਟਮੈਂਟ। ਹੁਣ ਡਿਪਾਰਟਮੈਂਟ ਫਿਰ ਕੀ ਕਰਦੇ ਆ, ਆਪਦੇ ਲੈਵਲ 'ਤੇ ਆਪਦੇ ਅਲੱਗ ਤੋਂ ਜਿਹੜੇ ਆਬਜੈਕਟਿਵ ਆ ਉਹਨਾਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਨੀ ਸ਼ੁਰੂ ਕਰ ਦਿੰਦੇ ਆ ਅੰਡਰ ਫੰਕਸ਼ਨਲ ਸਟਰਕਚਰ। ਸੋ ਐਜ਼ ਅ ਰਿਜ਼ਲਟ ਜਿਹੜੇ ਡਿਪਾਰਟਮੈਂਟਲ ਆਬਜੈਕਟਿਵਸ ਜ਼ਿਆਦਾ ਇੰਪੋਰਟੈਂਟ ਹੋ ਜਾਂਦੇ ਉਹਨਾਂ ਲਈ ਦੈਨ ਦਾ ਆਰਗੇਨਾਈਜੇਸ਼ਨਲ ਆਬਜੈਕਟਿਵਸ। ਸੋ ਦਿਸ ਹੈਜ਼ ਹਾਈਲੀ ਐਡਵਰਸ ਇਫੈਕਟ ਔਨ ਦਾ ਆਰਗੇਨਾਈਜੇਸ਼ਨ, ਜਿਹਦਾ ਕਿ ਸੰਸਥਾ ਦੇ ਉੱਪਰ ਬੁਰਾ ਪ੍ਰਭਾਵ ਪੈਂਦਾ। ਮਤਲਬ ਉਹਦੇ ਡਿਪਾਰਟਮੈਂਟ ਦੇ ਆਬਜੈਕਟਿਵ ਵੱਲ ਵੱਧ ਧਿਆਨ ਦਿੰਦੇ ਆ, ਪੂਰੀ ਆਰਗੇਨਾਈਜੇਸ਼ਨ ਦੀ ਕੀ ਆਬਜੈਕਟਿਵ ਉਹਨਾਂ ਨੂੰ ਬਿਲਕੁਲ ਵੀ ਮੈਂ ਆਪਾਂ ਕਰੀਏ ਉਹਨਾਂ ਦੀ ਕੇਅਰ ਨਹੀਂ ਕਰਦੇ ਹੈਗੇ। ਠੀਕ ਆ, ਨੈਕਸਟ ਹੈ ਆਪਣੇ ਕੋਲ ਡਿਪਾਰਟਮੈਂਟਲ ਕਨਫਲਿਕਟਸ। ਕਨਫਲਿਕਟ ਹੁੰਦਾ ਲੜਾਈ ਝਗੜੇ। ਦੇयर इज़ हाई possibility for departmental conflicts and departmental rivalry in the functional structure because every department gives more importance to its objectives. So as a result organization fails to function with efficiency। ਕਹਿੰਦੇ ਇਹਦੇ ਵਿੱਚ ਜਿਹੜੀ ਫੰਕਸ਼ਨਲ ਸਟਰਕਚਰ ਆਪਾਂ ਪੜ੍ਹੀ ਹੈ ਇਹਦੇ ਵਿੱਚ ਜ਼ਿਆਦਾ ਪੋਸੀਬਿਲਿਟੀ ਹੁੰਦੀ ਆ ਕਿ ਡਿਪਾਰਟਮੈਂਟਸ ਦੇ ਵਿੱਚ ਆਪਸ 'ਚ ਕਨਫਲਿਕਟ ਹੋ ਸਕਦੇ ਆ, ਰਾਈਵਲਰੀ ਹੁੰਦਾ ਆਪਸ 'ਚ ਦੁਸ਼ਮਣੀ ਹੋ ਸਕਦੀ ਆ। ਠੀਕ ਆ, ਡਿਪਾਰਟਮੈਂਟਸ ਦੀ ਵੀ ਕਿ ਕਿਉਂਕਿ ਉਹ ਆਪਦੇ ਜਿਹੜੇ ਆਬਜੈਕਟਿਵ ਆ ਉਹਨਾਂ ਦੇ ਉੱਪਰ ਹੀ ਜ਼ਿਆਦਾ ਫੋਕਸ ਕਰ ਰਹੇ ਹੁੰਦੇ ਆ ਐਂਡ ਉਹਦਾ ਫਿਰ ਸਾਰੀ ਆਰਗੇਨਾਈਜੇਸ਼ਨ ਨੂੰ ਜਿਹੜਾ ਰਿਜ਼ਲਟ ਆ ਉਹ ਬੀਅਰ ਕਰਨਾ ਪੈਂਦਾ। ਠੀਕ ਆ, ਐਂਡ ਉਹਦੀ ਐਫੀਸ਼ੀਐਂਸੀ ਦੇ ਉੱਪਰ ਇਫੈਕਟ ਪੈਂਦਾ। ਥਰਡ ਪੁਆਇੰਟ ਹੈ ਪ੍ਰੋਬਲਮ ਇਨ ਕੋਆਰਡੀਨੇਸ਼ਨ, ਮਤਲਬ ਤਾਲਮੇਲ ਦੇ ਵਿੱਚ ਕਮੀ। Despite the presence of a coordination head in the functional structure to improve the coordination, there is need for regular flow of communication among various departments in the organization। ਕਹਿੰਦੇ ਨੋ ਡਾਊਟ ਇੱਥੇ ਇੱਕ ਕੋਆਰਡੀਨੇਸ਼ਨ ਹੈਡ ਹੁੰਦਾ ਜਿਹੜਾ ਸਾਰੇ ਡਿਪਾਰਟਮੈਂਟਸ ਨੂੰ ਕੋਆਰਡੀਨੇਟ ਕਰਦਾ ਵਾ। ਠੀਕ ਆ, ਬਟ ਫਿਰ ਵੀ ਇੱਥੇ ਰੈਗੂਲਰ ਫਲੋ ਰਹਿੰਦਾ ਕਾਹਦਾ, ਕਮਿਊਨੀਕੇਸ਼ਨ ਦਾ। ਮਤਲਬ ਕਿ ਜ਼ਰੂਰਤ ਰਹਿੰਦੀ ਹੈ ਕਿ ਰੈਗੂਲਰਲੀ ਕਮਿਊਨੀਕੇਸ਼ਨ ਹੁੰਦੀ ਰਹੇ ਅਮੰਗ ਵੇਰੀਅਸ ਡਿਪਾਰਟਮੈਂਟਸ, ਮਤਲਬ ਸਾਰੇ ਡਿਪਾਰਟਮੈਂਟਸ ਦੀ ਆਪਸ ਦੇ ਵਿੱਚ ਗੱਲਬਾਤ ਹੁੰਦੀ ਰਹੇ। Along with this, there is need for approval from all the departmental heads while making decision। ਫੈਸਲਾ ਲੈਂਦੇ ਸਮੇਂ ਵੀ ਸਾਰੇ ਜਿਹੜੇ ਡਿਪਾਰਟਮੈਂਟਲ ਹੈਡ ਆ ਉਹਨਾਂ ਤੋਂ ਅਪਰੂਵਲ ਲੈਣੀ ਹੁੰਦੀ ਆ। ਸੋ ਇਨ ਦਿਸ ਕੌਨਟੈਕਸਟ ਸੈਵਰਲ ਪ੍ਰੋਬਲਮਸ ਆਰ ਕ੍ਰੀਏਟਡ ਇਨ ਅ ਫੰਕਸ਼ਨਲ ਸਟਰਕਚਰ ਰਿਗਾਰਡਿੰਗ ਕੋਆਰਡੀਨੇਸ਼ਨ। ਸੋ ਇਸ ਦੇ ਕਰਕੇ ਹੀ ਦੇਖੋ ਸਾਰਿਆਂ ਨੂੰ ਪੁੱਛਣਾ ਪਊਗਾ, ਕਿਸੇ ਦੀ ਮਰਜ਼ੀ ਨਹੀਂ ਮਿਲਦੀ ਹੁੰਦੀ ਕਿਸੇ ਚੀਜ਼ ਦੇ ਨਾਲ ਤਾਂ ਪ੍ਰੋਬਲਮ ਕ੍ਰੀਏਟ ਹੋ ਸਕਦੀ ਆ। ਸੋ ਇੱਥੇ ਕਾਫੀ ਸਾਰੀਆਂ ਪ੍ਰੋਬਲਮਸ ਆਉਂਦੀਆਂ ਨੇ ਫੰਕਸ਼ਨਲ ਸਟਰਕਚਰ ਦੇ ਵਿੱਚ। ਕਿਹੜੀ ਚੀਜ਼ ਨਾਲ ਰਿਲੇਟਡ? ਕੋਆਰਡੀਨੇਸ਼ਨ ਨਾਲ ਰਿਲੇਟਡ। ਨੈਕਸਟ ਆਪਣੇ ਕੋਲ ਹੈ ਪ੍ਰੋਬਲਮਸ ਇਨ ਫਿਕਸਿੰਗ ਰਿਸਪੋਂਸਿਬਿਲਿਟੀ। ਡਿਊ ਟੂ division of work under functional structure many employees are involved in accomplishing the task। ਹਾਂਜੀ, ਜਦੋਂ ਆਪਾਂ ਕੰਮ ਨੂੰ ਹੀ ਡਿਵਾਈਡ ਕਰ ਲਿਆ, ਠੀਕ ਆ, ਜਦੋਂ ਆਪਾਂ ਇਹਦੇ ਵਿੱਚ ਡਿਵੀਜ਼ਨ ਕਰ ਲਈ ਫੰਕਸ਼ਨਲ ਸਟਰਕਚਰ ਦੇ ਵਿੱਚ ਤਾਂ ਬਹੁਤ ਸਾਰੇ ਇੰਪਲੋਈ ਜੁੜ ਜਾਂਦੇ ਆ ਕਿਸੇ ਵੀ ਕੰਮ ਨੂੰ ਕੰਪਲੀਟ ਕਰਨ ਦੇ ਲਈ। ਅਕੰਪਲਿਸ਼ ਹੁੰਦਾ ਕੰਪਲੀਟ ਕਰਨਾ, ਟਾਸਕ ਹੁੰਦਾ ਕੰਮ। ਇਫ ਦੇयर ਇਜ਼ ਐਨੀ ਸ਼ਾਰਟ ਕਮਿੰਗ ਇਨ ਦਾ ਪਰਫੋਰਮੈਂਸ ਐਵਰੀ ਇੰਪਲੋਈ ਐਕਿਊਜ਼ਿਜ਼ ਸਮਵਨ ਐਲਸ। ਹੁਣ ਕੰਮ ਵੰਡ ਕੇ ਦਿੱਤਾ ਹੁੰਦਾ ਵਾ, ਜਿਵੇਂ ਹੁਣ ਕੋਈ ਵੀ ਮੰਨ ਲਓ ਕਿਸੇ ਨੇ ਇੱਕ ਵੱਲੋਂ ਕੋਈ ਗਲਤੀ ਹੋ ਗਈ ਫਿਰ ਉਹ ਦੂਜਿਆਂ ਨੂੰ ਐਕਿਊਜ਼ ਕਰਨਾ, ਮਤਲਬ ਦੂਜੇ ਨੂੰ ਦੋਸ਼ੀ ਠਹਿਰਾਉਣਾ ਸ਼ੁਰੂ ਕਰ ਦਿੰਦੇ ਆ ਵੀ ਉਹਦੀ ਗਲਤੀ ਸੀ ਤਾਂ ਕਰਕੇ ਮੇਰੇ ਤੋਂ ਆਹ ਹੋ ਗਿਆ। ਹੈਂਸ ਪ੍ਰੋਬਲਮਸ ਅਰਾਈਜ਼ ਰਿਗਾਰਡਿੰਗ ਦਾ ਡਿਟਰਮੀਨੇਸ਼ਨ ਆਫ ਰਿਸਪੋਂਸਿਬਿਲਿਟੀ। ਸੋ ਕਿਹੜੇ ਪਰਸਨ ਦੀ ਕਿੰਨੀ ਜ਼ਿੰਮੇਵਾਰੀ ਹੋਊਗੀ ਇਹਨੂੰ ਲੈ ਕੇ ਵੀ ਕਾਫੀ ਜ਼ਿਆਦਾ ਪ੍ਰੋਬਲਮਸ ਕ੍ਰੀਏਟ ਹੁੰਦੀਆਂ ਨੇ ਫੰਕਸ਼ਨਲ ਸਟਰਕਚਰ ਦੇ ਵਿੱਚ। ਨੈਕਸਟ ਹੈ ਆਪਣੇ ਕੋਲ ਡਿਲੇ ਇਨ ਡਿਸੀਜ਼ਨ ਮੇਕਿੰਗ ਪ੍ਰੋਸੈਸ। ਮੈਨੀ ਐਕਸਪਰਟਸ ਆਰ ਇਨਵੋਲਵਡ ਇਨ ਡਿਸੀਜ਼ਨ ਮੇਕਿੰਗ ਅੰਡਰ ਫੰਕਸ਼ਨਲ ਸਟਰਕਚਰ। ਸੋ ਕਾਫੀ ਸਾਰੇ ਐਕਸਪਰਟ ਜੁੜੇ ਹੁੰਦੇ ਆ ਫੰਕਸ਼ਨਲ ਸਟਰਕਚਰ ਦੇ ਵਿੱਚ ਜਿਹੜੇ ਡਿਸੀਜ਼ਨ ਵਗੈਰਾ ਲੈਂਦੇ ਆ। ਐਵਰੀ ਐਕਸਪਰਟ ਗਿਵਸ ਮੋਰ ਇੰਪੋਰਟੈਂਸ ਟੂ ਹਿਜ਼ ਡਿਪਾਰਟਮੈਂਟਲ ਆਬਜੈਕਟਿਵ। ਹਰ ਇੱਕ ਐਕਸਪਰਟ ਆਪਦੇ ਡਿਪਾਰਟਮੈਂਟ ਨੂੰ ਜ਼ਿਆਦਾ ਅਹਿਮੀਅਤ ਦਿੰਦਾ ਵਾ। ਸੋ ਐਜ਼ ਅ ਕੌਨਸੀਕੁਐਂਸ ਇਟ ਬਿਕਮਸ ਵੈਰੀ ਡਿਫੀਕਲਟ ਟੂ ਬਿਲਡ ਕੰਸੈਂਸਸ ਔਨ ਵੇਰੀਅਸ ਇਸ਼ੂਜ਼ ਐਂਡ ਹੈਂਸ ਦੇयर ਇਜ਼ ਅ ਡਿਲੇ ਇਨ ਡਿਸੀਜ਼ਨ ਮੇਕਿੰਗ। ਸੋ ਇਹਦਾ ਰਿਜ਼ਲਟ ਕੀ ਨਿਕਲਦਾ, ਬਹੁਤ ਔਖਾ ਹੁੰਦਾ ਕਿ ਇਹਦੇ ਲਈ ਕੰਸੈਂਸਸ ਕ੍ਰੀਏਟ ਹੋਵੇ। ਕੰਸੈਂਸਸ ਕੀ ਹੁੰਦਾ ਵਾ ਵੀ ਸਾਰਿਆਂ ਦੀ ਵੀ ਇੱਕੋ ਹੀ ਰਾਏ ਹੋਵੇ ਐਂਡ ਇਹਦੇ ਕਰਕੇ ਫਿਰ ਡਿਸੀਜ਼ਨ ਕੀ ਹੁੰਦੇ, ਡਿਲੇ ਹੋ ਜਾਂਦੇ ਆ। ਨੈਕਸਟ ਪੁਆਇੰਟ ਹੈ ਆਪਣੇ ਕੋਲ ਵਾਇਓਲੇਸ਼ਨ ਆਫ ਯੂਨਿਟੀ ਆਫ ਕਮਾਂਡ। ਅੰਡਰ ਫੰਕਸ਼ਨਲ ਸਟਰਕਚਰ ਐਵਰੀ ਡਿਪਾਰਟਮੈਂਟ ਹੈਜ਼ ਅ ਹੈਡ। ਠੀਕ ਆ, ਸੋ ਐਵਰੀ ਇੰਪਲੋਈ ਹੈਜ਼ ਟੂ ਵਰਕ ਐਜ਼ ਅ subordinate to many departmental heads and hence he has to obey the orders and directions। ਜਿਹੜੀ ਫੰਕਸ਼ਨਲ ਸਟਰਕਚਰ ਆਪਾਂ ਪੜ੍ਹ ਰਹੇ ਹਾਂ ਇਹਦੇ ਵਿੱਚ ਹਰ ਇੱਕ ਡਿਪਾਰਟਮੈਂਟ ਦਾ ਇੱਕ ਹੈਡ ਹੁੰਦਾ
ਸੋ ਇਹਦੇ ਕਰਕੇ ਹੁਣ ਆਪਾਂ ਪਿੱਛੇ ਡਾਇਗਰਾਮ ਵੀ ਪੜ੍ਹੀ ਸੀਗੀ, ਉਹਦੇ ਵਿੱਚ ਵੀ ਕੀ ਸੀਗਾ, ਪਹਿਲਾਂ ਸਾਰੇ 8 ਤਰ੍ਹਾਂ ਦੇ ਐਕਸਪਰਟ ਲੋਕ ਸੀ, ਉਹਨਾਂ ਦੇ ਅੰਡਰ ਵਰਕਰ ਆਉਂਦੇ ਆ। ਤਾਂ ਜਿੰਨੇ ਵੀ EMPLOYE ਨੇ, ਜਿੰਨੇ ਵੀ ਸਬੋਰਡੀਨੇਟ ਆ, ਉਹ ਸਾਰਿਆਂ ਨੂੰ ਇਹ 8 ਐਕਸਪਰਟ ਲੋਕਾਂ ਦੇ ਆਰਡਰ ਤੇ ਡਾਇਰੈਕਸ਼ਨ ਸੁਣਨੀਆਂ ਪੈਂਦੀਆਂ। ਹੈਂਸ ਫੰਕਸ਼ਨਲ ਸਟਰਕਚਰ ਵਾਇਲੇਟ ਦਾ ਪ੍ਰਿੰਸੀਪਲ ਆਫ ਯੂਨਿਟੀ ਆਫ ਕਮਾਂਡ। ਜਦ ਕਿ ਆਪਾਂ ਯੂਨਿਟੀ ਆਫ ਕਮਾਂਡ 'ਚ ਕੀ ਪੜ੍ਹਿਆ ਸੀ ਵੀ ਇੱਕੋ ਹੀ ਹੈੱਡ ਹੋਣਾ ਚਾਹੀਦਾ, ਠੀਕ ਆ। ਇਹਦੇ ਵਿੱਚ 8 ਜਣੇ ਹੋ ਜਾਂਦੇ ਆ। ਨੈਕਸਟ ਹੈ ਪ੍ਰੋਬਲਮਸ ਇਨ ਡਿਸਿਪਲਿਨ। ਇਨ ਫੰਕਸ਼ਨਲ ਸਟਰਕਚਰ ਦੇयर ਇਜ਼ ਅ ਡਿਵੀਜ਼ਨ ਆਫ ਵਰਕ ਐਂਡ ਅਥਾਰਟੀ। ਫੰਕਸ਼ਨਲ ਸਟਰਕਚਰ ਦੇ ਵਿੱਚ ਵਰਕ ਨੂੰ ਡਿਵਾਈਡ ਕੀਤਾ ਜਾਂਦਾ ਹੈ ਐਂਡ ਅਥਾਰਟੀ ਵੀ ਵੰਡ ਕੇ ਦਿੱਤੀ ਜਾਂਦੀ ਹੈ। ਕੌਨਸੀਕੁਐਂਟਲੀ ਯੂਨਿਟੀ ਆਫ ਕਮਾਂਡ ਇਜ਼ ਨਾਟ ਦੇਅਰ ਇਨ ਦ ਆਰਗੇਨਾਈਜੇਸ਼ਨ। ਯੂਨਿਟੀ ਆਫ ਕਮਾਂਡ ਨਾਂ ਦਾ ਪ੍ਰਿੰਸੀਪਲ ਇੱਥੇ ਐਪਲੀਕੇਬਲ ਹੀ ਨਹੀਂ ਹੁੰਦਾ ਇਹਦੇ ਵਿੱਚ। ਹੈਂਸ ਮੈਨੀ ਪ੍ਰੋਬਲਮਸ ਰਿਗਾਰਡਿੰਗ ਡਿਸਿਪਲਿਨ ਅਰਾਈਜ਼ ਇਨ ਦ ਆਰਗੇਨਾਈਜੇਸ਼ਨ। ਸੋ ਤਾਂ ਕਰਕੇ ਕਾਫੀ ਜ਼ਿਆਦਾ ਜਿਵੇਂ ਅਨੁਸ਼ਾਸਨ ਨਾਲ ਰਿਲੇਟਡ ਪ੍ਰੋਬਲਮਸ ਵੀ ਆਉਂਦੀਆਂ ਨੇ। ਲਾਸਟ ਪੁਆਇੰਟ ਹੈ ਨਾਟ ਸੁਟੇਬਲ ਫॉर ਸਮॉल ਆਰਗੇਨਾਈਜੇਸ਼ਨਸ। In small organizations, departmentalization on the basis of function is not possible। ਛੋਟੀਆਂ ਸੰਸਥਾਵਾਂ ਵਿੱਚ ਛੋਟਾ ਕੋਈ ਬਿਜ਼ਨਸ ਹੋਵੇ, ਉਹਨਾਂ ਦੇ ਵਿੱਚ ਡਿਪਾਰਟਮੈਂਟ ਤਾਂ ਬਣਾਏ ਨਹੀਂ ਜਾ ਸਕਦੇ, ਠੀਕ ਆ। ਸੋ ਡਿਊ ਟੂ ਲੈਕ ਆਫ ਰਿਸੋਰਸਿਸ ਇਨ ਦ ਸਮॉल ਆਰਗੇਨਾਈਜੇਸ਼ਨਸ ਇਟ ਇਜ਼ ਆਲਸੋ ਡਿਫੀਕਲਟ ਟੂ ਹਾਇਰ ਦ ਸਰਵਿਸਿਜ਼ ਆਫ ਦ ਐਕਸਪਰਟਸ। ਸੋ ਜੇ ਆਪਾਂ ਦੇਖੀਏ ਵੀ ਉਹਨਾਂ ਦੇ ਕੋਲ ਪੈਸਾ ਵੀ ਘੱਟ ਹੁੰਦਾ, ਛੋਟੇ ਲੈਵਲ 'ਤੇ ਹੁੰਦੀ ਹੈ ਉਹ ਆਰਗੇਨਾਈਜੇਸ਼ਨ, ਤਾਂ ਕਾਫੀ ਡਿਫੀਕਲਟ ਹੁੰਦਾ ਵੀ ਉਹ ਐਕਸਪਰਟ ਲੋਕ ਹੁਣ ਦੇਖੋ ਇਹਦੇ ਵਿੱਚ 8 ਐਕਸਪਰਟ ਸੀਗੇ, ਠੀਕ ਆ, ਜਿਹੜੇ ਰੂਟ ਕਲਰਕ ਹੋ ਗਏ ਜਾਂ ਹੋਰ, ਠੀਕ ਆ। ਸੋ ਉਹਨਾਂ ਨੂੰ ਉਹ ਹਾਇਰ ਹੀ ਨਹੀਂ ਕਰ ਸਕਦੇ, ਉਹਨਾਂ ਨੂੰ ਜੋਬ 'ਤੇ ਰੱਖ ਹੀ ਨਹੀਂ ਸਕਦੇ, ਐਜ਼ ਅ ਹੈੱਡ ਨਹੀਂ ਰੱਖ ਸਕਦੇ। ਸੋ ਫੰਕਸ਼ਨਲ ਸਟਰਕਚਰ ਇਜ਼ ਨਾਟ ਸੁਟੇਬਲ ਫॉर ਸਮॉल ਆਰਗੇਨਾਈਜੇਸ਼ਨਸ। ਸੋ ਛੋਟੀਆਂ ਸੰਸਥਾਵਾਂ ਦੇ ਲਈ ਜਿਹੜੀ ਇਹ ਫੰਕਸ਼ਨਲ ਸਟਰਕਚਰ ਹੈ ਉੱਥੇ ਸੁਟੇਬਲ ਨਹੀਂ ਹੈ।